जज्बाती जिंदगी स्टोरीज 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਅੱਜ ਕੰਮ ਤੋਂ ਥੋੜੀ ਫੁਰਸਤ ਸੀ। ਆਰਾਮ ਦੇ ਮੂਡ ਵਿੱਚ ਬੈਠੇ ਬੈਠੇ ਪਤਾ ਹੀ ਨਾ ਲੱਗਾ ਕਦੋਂ ਉਹ ਸੀਨ ਚੱਲਣ ਲੱਗਾ ਜਦ ਹੱਥੀਂ ਪਾਲੇ ਪਲੋਸੇ ਦਿਓਰ ਨੇ ਮੇਰੀ ਬਾਂਹ ਫੜ ਲਈ ਸੀ ਤੇ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਸੀ। ਕਈ ਘੰਟੇ ਮੈਂ ਆਪਣੇ ਆਪ ਵਿੱਚ ਨਹੀਂ ਸਾਂ ਆ ਸਕੀ। ਅੱਜ ਫਿਰ ਪਤਾ ਨਹੀਂ ਕਿਉਂ ਉਸ ਮੌਕੇ ਦਾ ਪ੍ਰਭਾਵ ਮੇਰੇ ਮਨ ਉੱਤੇ ਹਾਵੀ ਹੋ ਗਿਆ ਸੀ। ਜਦ ਮੈਂ ਆਪਣੇ ਆਪ ਵਿੱਚ ਆਈ ਤਾਂ ਉੱਥੇ ਪਹੁੰਚ ਗਈ ਜਦ 8 ਕੁ ਸਾਲ ਪਹਿਲਾਂ ਮੇਰੀ ਸੱਸ ਮੈਨੂੰ ਆਪਣੇ ਘਰ ਦਾ ਬਾਹਰ ਟਪਾਉਣ ਤੋਂ ਪਹਿਲਾਂ ਸਾਡੇ ਦੋਹਾਂ ਦੇ ਸਿਰ ਤੋਂ ਪਾਣੀ ਵਾਰ ਕੇ ਪੀ ਰਹੀ ਸੀ। ਕਿੰਨੇ ਚਾਅ ਕੀਤੇ ਸੀ ਮੇਰੀ ਸੱਸ ਨੇ। ਸਹੁਰੇ ਨੇ ਵੀ ਪਲੇਠੇ ਪੁੱਤ ਦੇ ਵਿਆਹ ਤੇ ਚਾਅ ਕਰਨ ਵਾਲੀ ਕਸਰ ਨਹੀਂ ਸੀ ਛੱਡੀ। ਪਾਣੀ ਵਾਂਗ ਵਹਾਇਆ ਸੀ ਪੈਸਾ, ਰੱਜ ਕੇ ਕੀਤਾ ਸੀ ਰਿਸ਼ਤੇਦਾਰਾਂ ਨਾਲ ਲੈਣ ਦੇਣ। ਉਦੋਂ ਤਾਂ ਪਤਾ ਨਾ ਲੱਗਾ ਉਹਨਾਂ ਨੂੰ ਮੇਰੀ ਦੱਸ ਕਿੱਥੋਂ ਪਈ ਸੀ। ਸਾਡੇ ਘਰ ਆ ਕੇ ਰਿਸ਼ਤਾ ਮੰਗਣ ਮੌਕੇ ਉਹਨਾਂ ਦੇ ਡੈਡੀ ਨੇ ਮੇਰੇ ਮਾਪਿਆਂ ਮੂਹਰੇ ਝੋਲੀ ਅੱਡੀ ਸੀ। ਮੇਰੇ ਮਾਪੇ ਤਾਂ ਖੁਦ ਹੈਰਾਨ ਸੀ ਕਿ ਇੰਨੀ ਵੱਡੀ ਜ਼ਮੀਨ ਜਾਇਦਾਦ ਦੇ ਮਾਲਕ ਤੇ ਚੰਗਾ ਕਾਰੋਬਾਰ ਕਰਦੇ ਪਰਿਵਾਰ ਦੇ ਦਰਾਂ ਮੂਹਰੇ ਤਾਂ ਰਿਸ਼ਤਿਆਂ ਦੀ ਲਾਈਨ ਲੱਗਦੀ ਹੋ। ਫਿਰ ਉਹ ਇੰਨੇ ਨਿਮਰ ਹੋ ਕੇ ਰਿਸ਼ਤਾ ਕਿਉਂ ਮੰਗ ਰਹੇ ਨੇ। ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਮੇਰੀ ਇੱਕ ਜਮਾਤਨ ਕੁੜੀ ਇਹਨਾਂ ਦੇ ਦੋਸਤ ਦੇ ਘਰ ਵਿਆਹੀ ਗਈ ਸੀ। ਉਹ ਅਚਾਨਕ ਕਿਤੇ ਇਹਨਾਂ ਦੇ ਘਰ ਆਏ ਹੋਏ ਸੀ ਤਾਂ ਬਾਬਾ ਜੀ ਜੋ ਮੇਰੇ ਪਤੀ ਸੀ ਦੇ ਰਿਸ਼ਤੇ ਦੀ ਗੱਲ ਚੱਲ ਪਈ। ਮੇਰੇ ਸਹੁਰਾ ਸਾਹਿਬ ਮੇਰੀ ਉਸ ਜਮਾਤਨ ਦੇ ਸਲੀਕੇ, ਚੱਜ, ਆਚਾਰ ਤੇ ਵਿਵਹਾਰ ਤੋਂ ਬਹੁਤ ਪ੍ਰਭਾਵਿਤ ਹੋਈ ਤੇ ਗੱਲਾਂ-ਗੱਲਾਂ ਵਿੱਚ ਉਸ ਦੇ ਸਹੁਰਾ ਸਾਹਿਬ ਨੂੰ ਕਿਹਾ ਕਿ ਜਦ ਕਦੇ ਰਾਣੋ ਵਰਗੀ ਕੁੜੀ ਲੱਭੀ ਤਾਂ ਦੱਸੀ। ਬਸ ਰਾਣੋ ਨੇ ਮੇਰੀ ਦੱਸ ਪਾ ਦਿੱਤੀ ਤੇ ਇੰਜ ਸਾਡੇ ਸੰਜੋਗ ਲਿਖੇ ਗਏ ਤੇ ਮਹੀਨੇ ਕੁ ਬਾਅਦ ਮੈਂ ਇਸ ਘਰ ਦੀ ਬਹੂ ਬਣ ਕੇ ਆ ਗਈ। ਬਾਬਾ ਜੀ ਹੋਰੀ 2 ਭਰਾ ਸੀ। ਸੰਤੋਖ ਇਹਨਾਂ ਤੋਂ 11 ਸਾਲ ਛੋਟਾ ਸੀ। ਮੈਂ ਵਿਆਹ ਕੇ ਆਈ ਤਾਂ ਉਹ 7ਵੀਂ ਵਿੱਚ ਪੜ੍ਹਦਾ ਸੀ। ਸਾਡੇ ਵਿਆਹ ਤੋਂ 1.5 ਕੁ ਸਾਲ ਬਾਅਦ ਸਾਡੇ ਮਾਪੇ ਥੋੜੇ ਦਿਨਾਂ ਦੇ ਫਰਕ ਨਾਲ ਸਦੀਵੀ ਵਿਛੋੜਾ ਦੇ ਗਏ। ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਮੇਰੇ ਤੇ ਬਾਬਾ ਜੀ ਦੇ ਮੋਢਿਆਂ ਉੱਤੇ ਆਣ ਪਈਆਂ। ਪਹਿਲਾਂ ਤਾਂ ਬਥੇਰੀਆਂ ਔਕੜਾਂ ਆਈਆਂ ਪਰ ਬਾਬਾ ਜੀ ਨੇ ਛੇਤੀ ਹੀ ਸਭ ਉੱਤੇ ਕਾਬੂ ਪਾ ਲਿਆ ਤੇ ਸਾਡਾ ਕਾਰੋਬਾਰ ਪਹਿਲਾਂ ਵਾਂਗ ਚੰਗਾ ਚੱਲਣ ਲੱਗਿਆ। ਪਿੰਡ ਵਾਲੀ ਸਾਰੀ ਜ਼ਮੀਨ ਤਾਂ ਪਿਤਾ ਜੀ ਦੇ ਹੁੰਦਿਆਂ ਹੀ ਠੇਕੇ ਉੱਤੇ ਸੀ ਜਿਸ ਤੇ ਸਾਡੇ ਸ਼ਰੀਕੇ ਵਾਲੇ ਖੇਤੀ ਕਰਦੇ ਸੀ। ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਬੇਸ਼ੱਕ ਸ਼ਰੀਕੇ ਵਾਲਿਆਂ ਦੀ ਅੱਖ ਕਾਣੀ ਹੀ ਹੋਵੇ ਪਰ ਉਹ ਹੁੰਦੇ ਤਾਂ ਆਪਣੇ ਹੀ ਨੇ। ਪਿਤਾ ਜੀ ਉਹਨਾਂ ਤੋਂ ਠੇਕਾ ਵੀ ਹੋਰਾਂ ਤੋਂ ਥੋੜਾ ਘੱਟ ਲਿਆ ਕਰਦੇ ਸੀ। ਮਾਂ ਪਿਓ ਦਾ ਵਿਛੋੜਾ ਸੰਤੋਖ ਲਈ ਸਹਿਣਾ ਔਖਾ ਹੋ ਗਿਆ ਸੀ। ਮੈਂ ਉਸ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਲਾਡ ਲਡਾਉਂਦੀ ਤੇ ਮਾਂ ਦੀ ਘਾਟ ਦੂਰ ਕਰਨ ਦੇ ਯਤਨ ਕਰਦੀ। 2 ਕੁ ਮਹੀਨਿਆਂ 'ਚੋਂ ਮੇਰੇ ਨਾਲ ਰਚ ਮਿਚ ਗਿਆ। ਵਿਆਹ ਨੂੰ 2 ਸਾਲ ਹੋਣ ਤੋਂ ਬਾਅਦ ਵੀ ਮੇਰੀ ਕੁੱਖ ਸਖਣੀ ਸੀ। ਕਈ ਵਾਰ ਮਮਤਾ ਮੇਰੇ ਮਨ ਉੱਤੇ ਹਾਵੀ ਹੁੰਦੀ ਤਾਂ ਮੈਂ ਮਨ ਨੂੰ ਸਮਝਾਉਂਦੀ, ਸੰਤੋਖ ਵੀ ਤਾਂ ਸਾਡੇ ਪੁੱਤਾਂ ਵਰਗਾ ਹੀ ਆ। ਉਸ ਨੂੰ ਮਾਪਿਆਂ ਦੀ ਲੋੜ ਆ ਤੇ ਸਾਨੂੰ ਔਲਾਦ ਦੀ। ਗੱਲ ਤਾਂ ਮੰਨਣ ਦੀ ਆ, ਫਿਰ ਇਸ ਨੂੰ ਪੁੱਤਰ ਸਮਝਣ ਵਿੱਚ ਕੀ ਹਰਜ਼ ਆ। ਉਦੋਂ ਦੇ ਕਈ ਪਲਾਂ ਦੇ ਅਹਿਸਾਸ ਮੇਰੇ ਮਨ 'ਚ ਕੱਲ ਦੀ ਤਰ੍ਹਾਂ ਵਸੇ ਹੋਏ ਆ। ਯਕੀਨ ਕਰਿਓ ਮੈਂ ਸੱਚੋ ਸੱਚ ਦੱਸਦੀ ਆ। ਇਹ ਖਿਆਲ ਆਉਂਦੇ ਹੀ ਮੇਰੇ ਸਰੀਰ 'ਚ ਮਮਤਾ ਦੀਆਂ ਤਰੰਗਾਂ ਚੱਲਣ ਲੱਗਦੀਆਂ ਸੀ। ਉਦੋਂ ਜਨਨ ਪ੍ਰਕਿਰਿਆ ਨਾਲ ਜੁੜੇ ਅੰਗ ਅੰਗੜਾਈਆਂ ਭਰਨ ਲੱਗਦੇ। ਮੇਰੇ ਚਿਹਰੇ ਤੋਂ ਮਮਤਾ ਡਲਕਾ ਮਾਰਨ ਲੱਗ ਪੈਂਦੀ ਤੇ ਹੱਥ ਆਪਣੇ ਆਪ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਜਾਂਦੇ। ਆਪਣੀ ਸਖਣੀ ਕੁੱਖ ਦਾ ਦਰਦ ਮੇਰੇ ਮਨ 'ਚੋਂ ਛੂ ਮੰਤਰ ਹੋ ਜਾਂਦਾ ਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲੀ ਸਮਝਣ ਲੱਗਦੀ ਜਿਸ ਨੂੰ ਰੱਬ ਨੇ ਇਹੋ ਜਿਹਾ ਪੁੱਤ ਦਿੱਤਾ ਜਿਸ ਲਈ ਪਰਸੂਤ ਪੀੜਾਂ ਵੀ ਨਹੀਂ ਸੀ ਸਹਿਣੀਆਂ ਪਈਆਂ। ਦੇਵੀਆਂ ਵਰਗੀ ਮੇਰੀ ਸੱਸ ਮੇਰੀਆਂ ਅੱਖਾਂ ਮੂਹਰੇ ਆਣ ਖੜਦੀ ਤੇ ਮੇਰੇ ਸਿਰ ਤੇ ਹੱਥ ਰੱਖ ਕੇ ਸ਼ਾਬਾਸ਼ ਦਿੰਦੀ ਹੋਈ ਮਹਿਸੂਸ ਹੁੰਦੀ। ਬਾਬਾ ਜੀ ਕਈ ਵਾਰ ਕਹਿ ਚੁੱਕੇ ਸਨ ਕਿ ਇਸ ਤੋਂ ਚੰਗਾ ਪੁੱਤ ਰੱਬ ਕਿਸੇ ਨੂੰ ਦਿੰਦਾ। ਸੰਤੋਖ ਵੀ ਸਾਡੇ ਦੋਹਾਂ ਦੇ ਪਿਆਰ ਸਤਿਕਾਰ ਵਿੱਚ ਕੋਈ ਕਸਰ ਨਹੀਂ ਸੀ ਛੱਡਦਾ। ਬੇਸ਼ੱਕ ਉਹ ਬਾਬਾ ਜੀ ਨਾਲ ਗੱਲ ਕਰਨ ਤੋਂ ਥੋੜਾ ਚੱਕ ਜਾਂਦਾ ਸੀ ਪਰ ਮੇਰੇ ਨਾਲ ਉਹ ਮਨ ਦੀ ਹਰ ਗੱਲ ਕਰ ਲੈਂਦਾ ਸੀ ਤੇ ਕੁਝ ਛੁਪਾਉਂਦਾ ਵੀ ਨਹੀਂ ਸੀ। ਮੈਨੂੰ ਉਸ ਤੇ ਪੂਰਾ ਭਰੋਸਾ ਹੁੰਦਾ। ਸ਼ਾਮ ਨੂੰ ਘਰ ਆਉਂਦਿਆਂ ਉਸ ਨੂੰ ਚੈਨ ਨਾ ਆਉਂਦਾ ਜਦ ਤੱਕ ਉਹ ਸਕੂਲ ਵਿੱਚ ਜਾਂ ਦੋਸਤਾਂ ਮਿੱਤਰਾਂ ਨਾਲ ਹੋਈ ਬੀਤੀ ਹਰ ਗੱਲ ਮੇਰੇ ਨਾਲ ਸਾਂਝੀ ਨਾ ਕਰ ਲੈਂਦਾ। ਪਰ ਕਿਹਾ ਜਾਂਦਾ ਨਾ ਕਿ ਕਈ ਵਾਰ ਬਹੁਤੀਆਂ ਖੁਸ਼ੀਆਂ ਜਾਂ ਤਾਂ ਸਾਡੇ ਤੋਂ ਸਾਂਭੀਆਂ ਨਹੀਂ ਜਾਂਦੀਆਂ ਜਾਂ ਫਿਰ ਉਹਨਾਂ ਨੂੰ ਨਜ਼ਰ ਲੱਗ ਜਾਂਦੀ ਹੈ। ਮੇਰੇ ਨਾਲ ਵੀ ਉਹੀ ਕੁਝ ਹੋਇਆ। ਬਾਬਾ ਜੀ ਕਾਰੋਬਾਰੀ ਸਿਲਸਿਲੇ 'ਚ ਦੂਜੇ ਸ਼ਹਿਰ ਗਏ ਹੋਏ ਸਨ। ਕਾਰ ਤੇ ਵਾਪਸ ਆਉਂਦਿਆਂ ਰੇਲ ਫਾਟਕ ਪਾਰ ਕਰਦਿਆਂ ਤੇਜ਼ ਰਫ਼ਤਾਰ ਰੇਲ ਗੱਡੀ ਕਾਰ ਨੂੰ ਅੱਧਾ ਕਿਲੋਮੀਟਰ ਧੂ ਕੇ ਲੈ ਗਈ। ਗੇਟਕੀਪਰ ਤੋਂ ਗਲਤੀ ਨਾਲ ਫਾਟਕ ਖੁੱਲ੍ਹਾ ਰਹਿ ਗਿਆ ਸੀ। ਬਸ ਫਿਰ ਜੋ ਹੋਇਆ ਥੋੜਾ ਰੁਕ ਕੇ ਮਾਫ਼ ਕਰਨਾ। ਉਸ ਮੌਕੇ ਦਾ ਚੇਤਾ ਮੈਨੂੰ ਆਪਣਾ ਆਪ ਭੁਲਾ ਦਿੰਦਾ ਏ। ਬਾਬਾ ਜੀ ਦੇ ਵਿਛੋੜੇ ਨੇ ਸਾਨੂੰ ਦਿਓਰ ਭਾਬੀ ਨੂੰ ਤੋੜ ਕੇ ਰੱਖ ਦਿੱਤਾ ਪਰ ਹੌਸਲਾ ਛੱਡਣਾ ਮੇਰੇ ਖੂਨ ਵਿੱਚ ਨਹੀਂ ਹੈਗਾ। ਜਿਵੇਂ ਜਿਵੇਂ ਦਿਨ ਲੰਘੇ ਅਸੀਂ ਸੰਭਲਣ ਲੱਗੇ। ਸਾਡੇ ਸ਼ਰੀਕ ਸੰਤੋਖ ਨੂੰ ਕਾਲਜ 'ਚੋਂ ਹਟਾ ਲੈਂਦੀਆਂ ਸਲਾਹਾਂ ਦੇਣ ਲੱਗੇ ਪਰ ਮੈਂ ਚਾਹੁੰਦੀ ਸੀ ਕਿ ਉਹ ਪੜ੍ਹਾਈ ਪੂਰੀ ਕਰੇ।
ਕਦੇ ਅਗਾਂਹ ਜਾ ਕੇ ਵੀ ਉਸਦੇ ਮਨ ਵਿੱਚ ਇਹ ਗੱਲ ਨਾ ਆਵੇ ਕਿ ਭਾਬੀ ਮਾਂ ਨੇ ਪੜ੍ਹਾਈ ਛੁਡਵਾ ਲਈ ਸੀ। ਹਾਂ, ਦੱਸਣਾ ਭੁੱਲ ਗਈ ਸੀ ਮੈਂ, ਬਾਵਾ ਜੀ ਦੇ ਹੁੰਦਿਆਂ ਤਾਂ ਉਹ ਮੈਨੂੰ ਭਾਬੀ ਆਖ ਕੇ ਬੁਲਾਉਂਦਾ ਸੀ, ਪਰ ਬਾਅਦ ਵਿੱਚ ਆਪੇ ਹੀ ਭਾਬੀ ਮਾਂ ਕਹਿਣ ਲੱਗ ਪਿਆ ਤੇ ਇਹ ਸੁਣਨਾ ਮੈਨੂੰ ਚੰਗਾ ਲੱਗਦਾ। ਕਾਰੋਬਾਰ ਦੀ ਜ਼ਿੰਮੇਵਾਰੀ ਮੈਂ ਸੰਭਾਲ ਲਈ। ਮੈਂ ਬਾਵਾ ਜੀ ਵੱਲੋਂ ਘਰ ਆ ਕੇ ਕੀਤੀਆਂ ਗੱਲਾਂ ਯਾਦ ਕਰਕੇ ਉਹਨਾਂ ਚੋਂ ਕਾਮਿਆਂ ਤੋਂ ਚੰਗਾ ਕੰਮ ਲੈਣ ਦੇ ਢੰਗ ਤਰੀਕੇ ਲੱਭ ਲਏ। ਕੁਝ ਮਹੀਨਿਆਂ ਵਿੱਚ ਸਾਡਾ ਕੰਮ ਪਹਿਲਾਂ ਵਾਂਗ ਚੱਲਣ ਲੱਗ ਪਿਆ। ਸਾਰੇ ਕਾਮੇ ਮੇਰਾ ਕਿਹਾ ਨਾ ਮੋੜਦੇ ਤੇ ਔਖੇ ਹੋ ਕੇ ਵੀ ਦੱਸੇ ਗਏ ਕੰਮ ਨੂੰ ਮਨ ਲਾ ਕੇ ਕਰਦੇ। ਮੈਂ ਉਹਨਾਂ ਦੇ ਤਨਖਾਹ ਵਾਧੇ ਨੂੰ ਉਹਨਾਂ ਦੇ ਕੰਮਾਂ ਵਿੱਚ ਜੋੜ ਦਿੱਤਾ ਸੀ। ਇੰਜ ਉਹ ਪਹਿਲਾਂ ਨਾਲੋਂ ਵੱਧ ਇਮਾਨਦਾਰ ਤੇ ਮਿਹਨਤੀ ਬਣ ਗਏ। ਉਧਰ ਸਾਡੇ ਸ਼ਰੀਕ ਬਾਵਾ ਜੀ ਦੇ ਜਾਣ ਤੋਂ ਬਾਅਦ ਸਾਡੀ ਜ਼ਮੀਨ ਹੜੱਪਣ ਦੀਆਂ ਚਾਲਾਂ ਚੱਲਣ ਲੱਗੇ। ਮੈਂ ਉਹਨਾਂ ਦੀ ਅੱਖ ਵਿੱਚ ਰੜਕਣ ਲੱਗ ਪਈ ਸੀ। ਉਹ ਸੰਤੋਖ ਨੂੰ ਨਿਆਣਾ ਸਮਝ ਕੇ ਆਪਣੀਆਂ ਕੁਝੀਆਂ ਚਾਲਾਂ ਵਿੱਚ ਫਸਾਉਣ ਦੇ ਯਤਨ ਕਰਨ ਲੱਗ ਪਈ। ਕਦੇ-ਕਦੇ ਉਹ ਸਾਡੇ ਘਰ ਆ ਕੇ ਮੈਨੂੰ ਵੱਧ ਘੱਟ ਬੋਲ ਜਾਂਦੇ, ਪਰ ਮੈਂ ਉਹਨਾਂ ਦੀ ਬਹੁਤੀ ਪਰਵਾਹ ਨਾ ਕਰਦੀ। ਸ਼ਰੀਕ ਚਾਹੁੰਦੇ ਸੀ ਕਿ ਮੈਂ ਘਰ ਛੱਡ ਕੇ ਚਲੀ ਜਾਵਾਂ ਤੇ ਉਹ ਸੰਤੋਖ ਨੂੰ ਵਰਗਲਾ ਕੇ ਸਾਡੀ ਜ਼ਮੀਨ ਹੜੱਪ ਲੈਣ। ਸੰਤੋਖ ਵੀ ਚੁੱਪ-ਚੁੱਪ ਰਹਿਣ ਲੱਗ ਪਿਆ। ਮੇਰੇ ਨਾਲ ਪਹਿਲਾਂ ਵਾਂਗ ਖੁੱਲ੍ਹ ਕੇ ਗੱਲ ਘੱਟ ਕਰਦਾ। 19ਵੇਂ ਵਰ੍ਹਿਆਂ ਦਾ ਹੋਣ ਤੇ ਵੀ ਮੈਨੂੰ ਉਹ ਨਿਆਣਾ ਜਾਪਦਾ। ਕਦੇ-ਕਦੇ ਮੈਨੂੰ ਲੱਗਣ ਲੱਗਦਾ ਜਿਵੇਂ ਉਹ ਸ਼ਰੀਕਾਂ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੋਵੇ। ਇਹ ਸਵਾਲ ਜਦ ਮੈਂ ਆਪਣੇ ਮਨ ਨੂੰ ਕਰਦੀ ਤਾਂ ਉਸਦਾ ਜਵਾਬ ਨਾ ਹੁੰਦਾ। ਫਿਰ ਮੈਂ ਆਪਣੇ ਆਪ ਨੂੰ ਕੋਸਣ ਲੱਗ ਪੈਂਦੀ, ਭਲਾ ਕਦੇ ਪੁੱਤ ਵੀ ਕਿਸੇ ਦੇ ਆਖੇ ਲੱਗ ਕੇ ਮਾਵਾਂ ਨੂੰ ਪਾਸੇ ਕਰ ਸਕਦੇ ਨੇ? ਜਦ ਇਹ ਸਵਾਲ ਮੈਂ ਆਪਣੇ ਮਨ ਨੂੰ ਕਰਦੀ ਤਾਂ ਉੱਥੋਂ ਫਿਰ ਉਹੀ ਜਵਾਬ ਮਿਲਦਾ ਜਿਸ ਨਾਲ ਮੇਰੀ ਖੁਸ਼ੀ ਪਰਤ ਆਉਂਦੀ ਤੇ ਸ਼ੱਕ ਉਡਾਰੀ ਮਾਰ ਜਾਂਦੇ। ਉਂਝ ਮੈਂ ਆਪਣੇ ਢੰਗ ਨਾਲ ਸ਼ਰੀਕਾਂ ਦੀਆਂ ਹਰਕਤਾਂ ਉੱਤੇ ਨਜ਼ਰ ਰੱਖਦੀ। ਮੈਨੂੰ ਡਰ ਰਹਿੰਦਾ ਕਿ ਉਹ ਪਟਵਾਰੀ ਨਾਲ ਗੰਢ ਧੁੱਪ ਕਰਕੇ ਸਾਡੀ ਜ਼ਮੀਨ ਆਪਣੇ ਨਾਂ ਉੱਤੇ ਨਾ ਚੜਵਾ ਲੈਣ। ਅਖਬਾਰਾਂ ਵਿੱਚ ਇੰਜ ਦੇ ਘਪਲਿਆਂ ਦੀਆਂ ਖਬਰਾਂ ਪੜ੍ਹ ਕੇ ਡਰ ਤੇਜ਼ ਹੋਣ ਲੱਗਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਸੰਤੋਖ ਕਾਲਜ ਗਿਆ ਹੋਇਆ ਸੀ। ਸਾਡੇ ਸ਼ਰੀਕੇ ਵਾਲੇ ਕਿਸੇ ਕਾਲੇ ਕੋਟ ਵਾਲੇ ਨੂੰ ਲੈ ਕੇ ਸਾਡੇ ਘਰ ਆ ਗਏ। ਉਸਨੇ ਹੱਥ ਵਿੱਚ ਫੜੀ ਹੋਈ ਫਾਈਲ ਖੋਲ੍ਹੀ ਤੇ ਆਪਣੀ ਪਹਿਚਾਣ ਵਕੀਲ ਦੱਸਦੇ ਹੋਏ ਮੈਨੂੰ ਕੁਝ ਕਾਗਜ਼ਾਂ ਉੱਤੇ ਦਸਤਖਤ ਕਰਨ ਲਈ ਕਿਹਾ। ਉਂਝ ਤਾਂ ਕਾਰੋਬਾਰ ਵਿੱਚ ਪੈਣ ਕਰਕੇ ਮੈਂ ਇੰਜ ਬਿਨਾਂ ਪੜ੍ਹੇ ਦਸਤਖਤ ਕਰਨ ਵਾਲੀ ਨਹੀਂ ਸੀ, ਪਰ ਉਸ ਦਿਨ ਪਤਾ ਨਹੀਂ ਅਕਲ ਉੱਤੇ ਕੀ ਤਾਲਾ ਲੱਗ ਗਿਆ। ਮੈਂ ਪਹਿਲੇ ਕਾਗਜ਼ ਉੱਤੇ ਦਸਤਖਤ ਕਰਨ ਹੀ ਲੱਗੀ ਸੀ ਕਿ ਸੰਤੋਖ ਆ ਗਿਆ। ਉਸ ਨੂੰ ਵੇਖਦੇ ਹੀ ਵਕੀਲ ਨੇ ਫਾਈਲ ਮੇਰੇ ਹੱਥੋਂ ਖਿੱਚ ਲਈ ਤੇ ਰਵਾਂ-ਰਵੀਂ ਬਾਹਰ ਨਿਕਲ ਗਈ। ਬਾਅਦ ਵਿੱਚ ਪਤਾ ਲੱਗਾ ਕਿ ਸ਼ਰੀਕੇ ਵਾਲੇ ਕਿਸੇ ਚੁਸਤ ਚਲਾਕ ਬੰਦੇ ਨੂੰ ਜਾਅਲੀ ਵਕੀਲ ਬਣਾ ਕੇ ਲਿਆਏ ਸੀ ਤੇ ਮੇਰੇ ਤੋਂ ਕਿਸੇ ਮੁਖਤਾਰਨਾਮੇ ਤੇ ਦਸਤਖਤ ਕਰਾਉਣ ਲੱਗੇ ਸੀ। ਵਕੀਲ ਵਾਲੀ ਚਾਲ ਵਿੱਚ ਫੇਲ ਹੋਣ ਤੋਂ ਬਾਅਦ ਸ਼ਰੀਕਾਂ ਨੇ ਸੰਤੋਖ ਲਈ ਰਿਸ਼ਤੇ ਭੇਜਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਤੋਖੀ ਤਾਂ ਅਜੇ ਪੜ੍ਹ ਰਿਹਾ ਸੀ। ਹਰ ਹਫ਼ਤੇ ਕਿਸੇ ਨਾ ਕਿਸੇ ਨੂੰ ਉਹ ਕੁੜੀ ਦਾ ਪਿਓ ਬਣਾ ਕੇ ਸਾਡੇ ਘਰ ਆਣ ਵੜਦੇ। ਕਦੇ ਕੋਈ ਗੱਲ ਤੇ ਕਦੇ ਕੋਈ। ਘਰ ਆਇਆਂ ਨਾਲ ਗੱਲ ਮੈਨੂੰ ਹੀ ਕਰਨੀ ਪੈਂਦੀ। ਕਿਸੇ ਦੇ ਆਏ ਤੇ ਤੋਖੀ ਕੋਈ ਹਾਂ ਨਾ ਕਰਦਾ, ਜਿਸ ਨੂੰ ਸ਼ਰੀਕਾਂ ਨੇ ਚੋਗਾ ਪੈਣ ਦਾ ਸੰਕੇਤ ਸਮਝ ਲਿਆ ਹੋਇਆ ਸੀ। ਘਰ ਆ ਕੇ ਉਹ ਮਨ ਘੜਤ ਕਹਾਣੀਆਂ ਨਾਲ ਤੋਖੀ ਦਾ ਮਨ ਪਸੀਜਣ ਦੇ ਯਤਨ ਕਰਦੇ। ਉਹਨਾਂ ਦੀ ਸੋਚ ਸੀ ਇੱਕ ਵਾਰ ਤੋਖੀ ਹਾਂ ਕਰ ਦੇਵੇ, ਇਸ ਬਲਾ ਨਾਲ ਨਜਿੱਠਣਾ ਬੜਾ ਸੌਖਾ ਹੋ ਜਾਊ। ਕਦੇ-ਕਦੇ ਮੈਨੂੰ ਇਹ ਵੀ ਮਹਿਸੂਸ ਹੋਣ ਲੱਗਦਾ ਕਿਤੇ ਤੋਖੀ ਇਹਨਾਂ ਦੇ ਜਾਲ ਵਿੱਚ ਫਸਣ ਤਾਂ ਨਹੀਂ ਲੱਗ ਪਿਆ, ਪਰ ਮੈਂ ਕਦੇ ਉਸ ਨੂੰ ਪੁੱਛਦੀ ਨਾ। ਉਂਝ ਵੀ ਪੁੱਛ ਕੇ ਮੈਂ ਉਸ ਉੱਤੇ ਬਣੇ ਆਪਣੇ ਭਰੋਸੇ ਤੇ ਝਰੀਟ ਨਹੀਂ ਸੀ ਪੈਣ ਦੇਣਾ ਚਾਹੁੰਦੀ। ਰਿਸ਼ਤਿਆਂ ਦੀਆਂ ਚਾਲਾਂ ਚੱਲਦਿਆਂ ਇੱਕ ਦਿਨ ਤਾਂ ਸ਼ਰੀਕਾਂ ਨੇ ਹੱਦ ਹੀ ਕਰ ਦਿੱਤੀ। ਲੰਮੀ ਸਾਰੀ ਕਾਰ ਸਾਡੇ ਦਰਾਂ ਮੂਹਰੇ ਰੁਕੀ। ਫਿਲਮੀ ਐਕਟਰਸਾਂ ਵਾਂਗ ਸਜੀ ਸੰਵਰੀ ਸੋਹਣੀ ਸੁਨੱਖੀ ਕੁੜੀ ਤੇ ਨਾਲ ਵੱਡੇ ਅਫਸਰਾਂ ਦਾ ਪ੍ਰਭਾਵ ਪਾਉਂਦੇ ਮਰਦ ਤੇ ਔਰਤ ਕਾਰ ਚੋਂ ਨਿਕਲੇ। ਉਹਨਾਂ ਅਜੇ ਸਾਡੀ ਡੋਰਬੈਲ ਵਜਾਈ ਹੀ ਸੀ ਕਿ ਸ਼ਰੀਕ ਕਬੀਲੇ ਚੋਂ ਲੰਬੜ ਵੀ ਆਣ ਪਹੁੰਚਿਆ। ਹੁਣ ਘਰ ਆਇਆਂ ਨੂੰ ਕੀ ਕਹੀਏ? ਘਰ ਆਏ ਦਾ ਤਾਂ ਸਵਾਗਤ ਪੰਜਾਬੀਆਂ ਦੇ ਖੂਨ ਵਿੱਚ ਰਚਿਆ ਹੋਇਆ। ਅੰਦਰ ਬਿਠਾ ਕੇ ਪਾਣੀ ਧਾਣੀ ਪਿਆਇਆ ਤਾਂ ਆਏ ਮਰਦ ਨੇ ਗੱਲ ਤੋਰੀ ਜੀ, ਮੈਂ ਭਾਖੜਾ ਡੈਮ ਉੱਤੇ ਡਿਪਟੀ ਇੰਜੀਨੀਅਰ ਹਾਂ ਤੇ ਆ ਮੇਰੀ ਸ਼੍ਰੀਮਤੀ ਜੀ ਨੰਗਲ ਵਾਲੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨੇ। ਇਹ ਸਾਡੀ ਬੇਟੀ ਆ ਤੇ ਤੁਹਾਡੇ ਦਿਓਰ ਨੂੰ ਪਿਆਰ ਕਰਦੀ ਆ। ਸ਼ਾਇਦ ਅਜੇ ਉਹ ਕੋਈ ਹੋਰ ਭੂਮਿਕਾ ਬੰਦਾ ਮੈਥੋਂ ਰਿਹਾ ਨਾ ਗਿਆ ਤੇ ਵਿੱਚੋਂ ਹੀ ਟੋਕ ਦਿੱਤਾ, ਜੇ ਕਿਸੇ ਨੇ ਤੁਹਾਨੂੰ ਗਲਤ ਦੱਸਿਆ, ਇਹ ਦਿਓਰ ਨਹੀਂ ਮੇਰਾ ਪੁੱਤਰ ਹੈ, ਤੁਸੀਂ ਇਸ ਨੂੰ ਹੀ ਪੁੱਛ ਲਵੋ। ਉਹ ਬੰਦਾ ਲੱਗਦਾ ਤਾਂ ਬਥੇਰਾ ਚਲਾਕ ਸੀ, ਪਰ ਮੇਰੀ ਗੱਲ ਸੁਣ ਕੇ ਥੋੜਾ ਚਿੱਥਾ ਪੈ ਗਿਆ ਤੇ ਗੱਲ ਅੱਗੇ ਤੋਰਦਿਆਂ ਆਪਣੀ ਆਈ ਤੇ ਆ ਗਿਆ। ਅਖੇ ਜੀ ਇਹ ਦੋਵੇਂ ਕਾਲਜਾਂ ਦੇ ਕਿਸੇ ਕੰਪੀਟੀਸ਼ਨ ਮੌਕੇ ਇਕੱਠੇ ਹੋਏ ਸੀ ਤੇ ਪਹਿਲੀ ਮਿਲਣੀ ਵਿੱਚ ਇੱਕ ਦੂਜੇ ਨੂੰ ਜ਼ਿੰਦਗੀ ਭਰ ਦੀਆਂ ਨਾਲ ਰੱਖਣ ਦੀਆਂ ਕਸਮਾਂ ਖਾਈ ਬੈਠੇ ਨੇ। ਅਸੀਂ ਆਪਣੀ ਧੀ ਦੀ ਮਰਜ਼ੀ ਤੋਂ ਬਾਹਰ ਨਹੀਂ ਜਾ ਸਕਦੇ, ਇਸ ਕਰਕੇ ਤਿਆਰੀ ਕਰਕੇ ਆਏ ਹਾਂ, ਬਸ ਤੁਹਾਡੀ ਹਾਂ ਦੀ ਉਡੀਕ ਹੈ। ਉਹਨਾਂ ਦੀ ਗੱਲ ਸੁਣ ਕੇ ਮੈਂ ਤੇ ਤੋਖੀ ਇੱਕ ਦੂਜੇ ਦੇ ਮੂੰਹ ਵੱਲ ਵੇਖੀਏ। ਮੇਰੀਆਂ ਅੱਖਾਂ 'ਚ ਆਇਆ ਸਵਾਲ ਤੋਖੀ ਨੇ ਪੜ੍ਹ ਲਿਆ। ਸਿਰ ਉੱਤੇ ਹੱਥ ਫੇਰਦੇ ਹੋਏ ਨੇ ਰਮਜਾ ਨਾਲ ਮੈਨੂੰ ਉਹਨਾਂ ਦੀ ਚਾਲ ਦਾ ਸੰਕੇਤ ਦਿੱਤਾ
ਪਰ ਉਹ ਇੰਨੀ ਛੇਤੀ ਹਾਰ ਮੰਨਣ ਵਾਲੇ ਨਹੀਂ ਸੀ ਲੱਗਦੇ। ਕੁੜੀ ਕੁਰਸੀ ਤੋਂ ਉੱਠੀ ਤੇ ਸੰਤੋਖ ਵੱਲ ਇਸ਼ਾਰਾ ਕਰਕੇ ਬੋਲੀ, ਜੀ ਅਸੀਂ 2 ਮਿੰਟ ਵੱਖਰਿਆਂ ਗੱਲ ਕਰ ਸਕਦੇ ਹਾਂ? ਤੋਖੀ ਨਾ ਤਾਂ ਉੱਠਿਆ ਤੇ ਨਾ ਹੀ ਕੁੜੀ ਦੀ ਗੱਲ ਸੁਣ ਕੇ ਉਸਦੇ ਹਾਵ ਭਾਵ ਬਦਲੇ। ਸਹਿਜ ਜਿਹਾ ਹੋ ਕੇ ਨੀਵੀਂ ਪਾਈ ਬੈਠਾ ਰਿਹਾ। ਨਕਲੀ ਪਿਓ ਤੇ ਸ਼ਰੀਕਾਂ ਨੂੰ ਤੀਰ ਟਿਕਾਣੇ ਲੱਗਣ ਦਾ ਭਰਮ ਜਿਹਾ ਹੋ ਗਿਆ। ਖੈਰ ਗੱਲ ਛੇਤੀ ਮੁਕਾਵਾਂ, ਮੈਨੂੰ ਤਾਂ ਉਸ ਵੇਲੇ ਕੋਈ ਗੱਲ ਨਾ ਔੜੀ, ਪਰ ਤੋਖੀ ਨੇ ਮੌਕਾ ਸੰਭਾਲ ਲਿਆ। ਚਾਚਾ ਜੀ ਬਹੁਤ ਬਹੁਤ ਧੰਨਵਾਦ। ਡੈਡੀ ਤੋਂ ਬਾਅਦ ਤੁਸੀਂ ਸਾਡੀ ਇੰਨੀ ਫਿਕਰ ਕਰ ਰਹੇ ਹੋ। ਅਸੀਂ ਇਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਤੇ ਸਮਝ ਲਈਆਂ ਨੇ। ਇਹ ਜ਼ਿੰਦਗੀ ਦੇ ਫੈਸਲੇ ਨੇ ਜਿਨ੍ਹਾਂ ਉੱਤੇ ਠਾਹ ਸੋਟਾ ਨਹੀਂ ਮਾਰਿਆ ਜਾ ਸਕਦਾ। ਸਾਨੂੰ 1-2 ਹਫ਼ਤੇ ਦਾ ਸਮਾਂ ਦਿਓ, ਸਾਰਾ ਕੁਝ ਸੋਚ ਵਿਚਾਰ ਕਰਕੇ ਤੁਹਾਨੂੰ ਦੱਸ ਦਿਆਂਗੇ। ਨਾਲ ਹੀ ਕੁੜੀ ਵੱਲ ਇਸ਼ਾਰਾ ਕਰਕੇ ਬੋਲਿਆ, ਉਸ ਤੋਂ ਪਹਿਲਾਂ ਆਪਾਂ ਦੋਵੇਂ ਕਿਤੇ ਬਾਹਰ ਮਿਲ ਲਵਾਂਗੇ। ਮੈਨੂੰ ਤੋਖੀ ਦੇ ਇਸ ਜਵਾਬ ਉੱਤੇ ਫਖਰ ਹੋਇਆ। ਸਾਡੀ ਸਹਿਜਤਾ ਤੋਂ ਸ਼ਰੀਕਾਂ ਨੂੰ ਵਿਸ਼ਵਾਸ ਜਿਹਾ ਹੋ ਗਿਆ ਸੀ ਕਿ ਸ਼ਾਇਦ ਉਹਨਾਂ ਦੀ ਸਕੀਮ ਸਫਲਤਾ ਵਾਲੇ ਰਸਤੇ ਤੇ ਤੁਰ ਪਈ ਹੈ। ਅਗਲੇ ਦਿਨ ਤੋਂ ਉਹ ਕਿਸੇ ਨਾ ਕਿਸੇ ਬਹਾਨੇ ਸਾਡੀ ਟੋਹ ਰੱਖਣ ਲੱਗ ਪਈ। ਇੱਕ ਦਿਨ ਮੈਂ ਕਾਲਜ ਲਈ ਤਿਆਰ ਹੋਈ ਤੋਖੀ ਨੂੰ ਕਿਹਾ, ਬਈ 2 ਹਫ਼ਤੇ ਹੋਣ ਵਾਲੇ ਨੇ, ਕੀ ਕਹਾਂਗੇ ਜੇ ਫਿਰ ਆ ਗਏ ਤਾਂ? ਪਰ ਤੋਖੀ ਜਾਂਦਾ ਜਾਂਦਾ ਹੱਥ ਨਾਲ ਇੰਜ ਇਸ਼ਾਰਾ ਕਰ ਗਿਆ ਕਿ ਉਸ ਨੂੰ ਫਿਕਰ ਹੈ, ਘਬਰਾਉਣ ਦੀ ਲੋੜ ਨਹੀਂ। 2 ਦਿਨ ਹੋਰ ਲੰਘੇ। ਗਲਾ ਖਰਾਬ ਹੋਣ ਕਰਕੇ ਮੈਂ ਘਰ ਸੀ। ਦੁਪਹਿਰ ਨੇ ਮੋੜਾ ਕੱਟ ਲਿਆ ਸੀ। ਮੈਂ ਬਾਹਰ ਕੁਰਸੀ ਤੇ ਬੈਠੀ ਫਰਵਰੀ ਮਹੀਨੇ ਦੀ ਨਿੱਗੀ ਨਿੱਗੀ ਧੁੱਪ ਸੇਕ ਰਹੀ ਸੀ। ਸਾਡਾ ਬਾਹਰਲਾ ਗੇਟ ਖੁੱਲਾ। ਤੋਖੀ ਦੇ ਪਿੱਛੇ ਕਿੰਨੇ ਸਾਰੇ ਬੰਦੇ ਅੰਦਰ ਲੰਘ ਆਏ। ਤੋਖੀ ਦਾ ਗੁੱਸੇ ਨਾਲ ਲਾਲ ਹੋਇਆ ਮੂੰਹ ਤੇ ਮੱਥੇ ਉੱਤੇ ਉਭਰੀਆਂ ਤਿਉੜੀਆਂ ਮੈਂ ਪਹਿਲੀ ਵਾਰ ਵੇਖ ਰਹੀ ਸੀ। ਮੇਰਾ ਮਨ ਵਾਪਰ ਗਏ ਕਿਸੇ ਭਾਣੇ ਨੂੰ ਚਿਤਵ ਕੇ ਦਹਿਲ ਗਿਆ। ਉੱਠ ਕੇ ਪੁੱਛਣ ਲੱਗੀ, ਪਰ ਜੀਭ ਨੇ ਸਾਥ ਨਾ ਦਿੱਤਾ। ਤੋਖੀ ਦੇ ਖੱਬੇ ਹੱਥ ਫਾਈਲ ਫੜੀ ਹੋਈ ਸੀ। ਉਸਨੇ ਸੱਜੇ ਹੱਥ ਨਾਲ ਮੇਰੀ ਕਲਾਈ ਘੁੱਟ ਕੇ ਫੜੀ ਤੇ ਬੜੇ ਗੁੱਸੇ ਵਿੱਚ ਬੋਲਿਆ, ਆ ਪੈਨ ਫੜ ਤੇ ਕਰ ਇਸ ਉੱਤੇ ਦਸਤਖਤ। ਉਸਨੇ ਫਾਈਲ ਖੋਲੀ ਤੇ ਤਲਖ ਲਹਿਜੇ ਵਿੱਚ ਅਸ਼ਟਾਮ ਵਾਲੇ ਕਾਗਜ਼ ਉੱਤੇ ਕੁਝ ਲਿਖੇ ਹੋਏ ਦੇ ਹੇਠਾਂ ਇਸ਼ਾਰਾ ਕਰਕੇ ਦਸਤਖਤ ਕਰਨ ਨੂੰ ਕਿਹਾ। ਉਸ ਦਾ ਰਵੱਈਆ ਵੇਖ ਕੇ ਮੈਂ ਪੈਨ ਤਾਂ ਫੜ ਲਿਆ, ਪਰ ਅੱਖਰ ਪਾਉਣ ਤੋਂ ਪਹਿਲਾਂ ਥੋੜਾ ਹੌਸਲਾ ਜਿਹਾ ਬੰਨ੍ਹਿਆਂ ਪੁੱਛਿਆ, ਇਹ ਕੀ ਆ? ਇਹ ਕੋਰਟ ਮੈਰਿਜ ਦੇ ਕਾਗਜ਼ ਨੇ। ਅੱਜ ਤੋਂ ਤੂੰ ਮੇਰੀ ਘਰਵਾਲੀ ਹੋਵੇਂਗੀ। ਉਸਨੇ ਘਰਵਾਲੀ ਕਹਿਣ ਉੱਤੇ ਲੋੜ ਤੋਂ ਕਿਤੇ ਜ਼ਿਆਦਾ ਜ਼ੋਰ ਦਿੱਤਾ। ਉਸ ਵੇਲੇ ਮੈਨੂੰ ਕੋਰਟ ਮੈਰਿਜ ਵਾਲੀ ਗੱਲ ਓਨੀ ਨਾ ਚੁਭੀ ਜਿੰਨਾ ਦਰਦ ਉਸਦੇ ਮੂੰਹੋਂ ਪਹਿਲੀ ਵਾਰ ਤੂੰ ਸੁਣ ਕੇ ਹੋਇਆ। ਪਰ ਮੈਂ ਦਸਤਖਤ ਕਰ ਦਿੱਤੇ। ਮੈਰਿਜ ਅਫਸਰ ਬਣੇ ਕੁੰਡੀਆਂ ਮੁੱਛਾਂ ਵਾਲੇ ਨੇ ਹੇਠਾਂ ਮੋਹਰ ਲਾ ਕੇ ਦਸਤਖਤ ਕਰ ਦਿੱਤੇ ਤੇ ਬੋਲਿਆ, ਲਓ ਜੀ, ਅੱਜ ਤੋਂ ਤੁਸੀਂ ਕਾਨੂੰਨਨ ਪਤੀ ਪਤਨੀ ਬਣ ਗਏ। ਹੁਣ ਕੋਈ ਤੁਹਾਡੇ ਰਿਸ਼ਤੇ ਉੱਤੇ ਉਂਗਲੀ ਨਹੀਂ ਉਠਾ ਸਕਦਾ। ਸਾਰਿਆਂ ਨੇ ਤਾੜੀਆਂ ਮਾਰੀਆਂ ਤੇ ਨਾਲ ਲਿਆਂਦੇ ਲੱਡੂਆਂ ਦੇ ਡੱਬੇ ਖੋਲ ਲਏ। ਮੈਨੂੰ ਕੋਈ ਸਮਝ ਤਾਂ ਨਹੀਂ ਸੀ ਆ ਰਿਹਾ, ਪਰ ਮਨ ਗਵਾਹੀ ਦੇ ਰਿਹਾ ਸੀ ਕਿ ਤੋਖੀ ਮੇਰੇ ਨਾਲ ਕੁਝ ਗਲਤ ਨਹੀਂ ਕਰ ਸਕਦਾ। ਪਰ ਅੰਦਰ ਇੱਕ ਤੌਖਲਾ ਵੀ ਘੁੰਮਣ ਘੇਰੀਆਂ ਕੱਢ ਰਿਹਾ ਸੀ। ਕਿਤੇ ਤੋਖੀ ਸੱਚੀ ਮੁੱਚੀ ਸ਼ਰੀਕਾਂ ਦੇ ਢਹੇ ਤਾਂ ਨਹੀਂ ਚੜ ਗਿਆ? ਮਨ ਦਾ ਇੱਕ ਤੌਖਲਾ ਰੱਦ ਕਰਕੇ ਹਟਦੀ ਤਾਂ ਨਾਲ ਦੀ ਨਾਲ ਦੂਜਾ ਸਵਾਲ ਉੱਭਰ ਆਉਂਦਾ, ਮੇਰੇ ਤੋਂ ਤੋਖੀ ਦੇ ਪਾਲਣ ਪੋਸ਼ਣ ਵਿੱਚ ਕਿਤੇ ਕੁਤਾਹੀ ਤਾਂ ਨਹੀਂ ਹੋਈ? ਮੈਂ ਚੇਤਿਆਂ ਦਾ ਪਿਟਾਰਾ ਖੋਲਣ ਲੱਗਦੀ। ਸੋਚਾਂ ਵਿੱਚ ਉਲਝਣ ਦੀ ਪੰਡ ਇੰਨੀ ਭਾਰੀ ਹੋਈ ਜਾ ਰਹੀ ਸੀ ਕਿ ਲੱਤਾਂ ਭਾਰ ਚੁੱਕਣ ਤੋਂ ਅਸਮਰਥ ਹੋਣ ਲੱਗੀਆਂ। ਨਿੱਗੀ ਧੁੱਪ ਚੁਭਣ ਲੱਗ ਪਈ। ਕੁਰਸੀ ਨੂੰ ਛਾਵੇਂ ਖਿਸਕਾਉਣ ਨੂੰ ਮਨ ਕਰੇ, ਪਰ ਉੱਠਣ ਦੀ ਹਿੰਮਤ ਨਹੀਂ ਸੀ ਪੈ ਰਹੀ। ਖਿਆਲਾਂ ਦੀ ਉਧੇੜ ਪਾਉਣ ਵਿੱਚ ਪਤਾ ਹੀ ਨਾ ਲੱਗਾ ਪਰਛਾਵੇਂ ਕਦੋਂ ਦੇ ਢਲ ਚੁੱਕੇ ਸਨ ਤੇ ਸੂਰਜ ਦੇ ਟਿੱਕੀ ਦੀ ਰੰਗ ਬਦਲਣ ਲੱਗ ਪਈ ਸੀ। ਮੈਨੂੰ ਚੇਤਾ ਆਇਆ, ਇਹੋ ਜਿਹੇ ਮੌਕਿਆਂ ਤੇ ਸੱਚੇ ਦੋਸਤ ਬੜੇ ਕੰਮ ਆਉਂਦੇ ਨੇ। ਆਪਣੀ ਸਹੇਲੀ ਰਾਜ ਰਾਣੀ ਨਾਲ ਗੱਲ ਕਰਨ ਦਾ ਮਨ ਬਣਾ ਕੇ ਮੈਂ ਅੰਦਰ ਗਈ। ਫੋਨ ਫੜਿਆ, ਸਕਰੀਨ ਉੱਤੇ ਝਾਤੀ ਮਾਰੀ। ਰਾਜ ਰਾਣੀ ਦੀਆਂ 4-5 ਮਿਸ ਕਾਲਾਂ ਚੜੀਆਂ ਹੋਈਆਂ ਸੀ। ਅੱਗੇ ਤਾਂ ਕਦੇ ਦੂਜੀ ਵਾਰੀ ਵੀ ਕਾਲ ਨਹੀਂ ਸੀ ਲਾਉਂਦੀ ਹੁੰਦੀ। ਇਸ ਨੂੰ ਕਿਵੇਂ ਪਤਾ ਲੱਗ ਗਿਆ? ਮੇਰੇ ਉੱਤੇ ਵਿਪਤਾ ਪਈ ਹੋਈ ਆ। ਮੇਰਾ ਮਨ ਆਪਣੇ ਆਪ ਨੂੰ ਸਵਾਲ ਕਰੀ ਜਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦੀ, ਮੈਥੋਂ ਉਸਦੇ ਨਾਂ ਉੱਤੇ ਠੂੰਗਾ ਵੱਜ ਗਿਆ। ਅੱਗਿਓਂ ਉਸਨੇ ਦੂਜੀ ਘੰਟੀ ਵੀ ਨਾ ਵੱਜਣ ਦਿੱਤੀ, ਜਿਵੇਂ ਉਡੀਕ ਰਹੀ ਹੋਵੇ। ਮੈਂ ਅਜੇ ਕੁਝ ਦੱਸਣ ਹੀ ਲੱਗੀ ਸੀ ਕਿ ਰਾਜ ਨੇ ਠਾਹ ਸੁੱਟਾ ਮਾਰਿਆ, ਤੋਖੀ ਹੋਰੀ ਚਲੇ ਗਏ ਵਾਪਸ। ਮੈਂ ਹੈਰਾਨ ਕਿ ਇਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਤੋਖੀ ਆ ਕਰਤੂਤ ਕਰਕੇ ਗਿਆ। ਹਾਂ ਰਾਜ, ਉਸਨੂੰ ਤਾਂ ਗਿਆ ਘੰਟੇ ਤੋਂ ਵੱਧ ਹੋ ਗਿਆ। ਅਚਾਨਕ ਮੇਰਾ ਧਿਆਨ ਸਾਹਮਣੇ ਲੱਗੀ ਘੜੀ ਵੱਲ ਗਿਆ ਤਾਂ ਆਪਣੇ ਆਪ ਬੋਲਿਆ ਗਿਆ, ਨਹੀਂ ਰਾਜ, 3-4 ਘੰਟੇ ਹੋ ਗਏ। ਫਿਰ ਦਿਓਰ ਭਾਬੀ ਬਣ ਗਏ ਪਤੀ ਪਤਨੀ? ਰਾਜ ਦੀ ਅਗਲੀ ਗੱਲ ਨੇ ਮੇਰੀ ਹੈਰਾਨੀ ਵਿੱਚ ਹੋਰ ਵਾਧਾ ਕਰ ਦਿੱਤਾ, ਪਰ ਉਸਨੇ ਮੇਰੇ ਤੋਂ ਕੁਝ ਪੁੱਛਣ ਦੀ ਥਾਂ ਦੱਸਣਾ ਸ਼ੁਰੂ ਕੀਤਾ। ਸੁਮਨ, ਮੈਨੂੰ ਪਤਾ ਕੋਰਟ ਮੈਰਿਜ ਵਾਲੀ ਗੱਲ ਨੇ ਤੈਨੂੰ ਕਿੰਨਾ ਤੜਪਾਇਆ ਹੋਵੇਗਾ।
ਪਰ ਇੰਜ ਕਰਨ ਤੋਂ ਇਲਾਵਾ ਸਾਨੂੰ ਹੋਰ ਕੁਝ ਨਹੀਂ ਸੀ ਸੁੱਝਾ। ਤੇਰੇ ਜੀਜਾ ਜੀ ਨੇ ਬੜਾ ਦਿਮਾਗ ਲਾਇਆ ਸਕੀਮਾਂ ਘੜਨ ਉੱਤੇ। ਰਾਜ, ਤੂੰ ਕਦੋਂ ਦੀ ਮੇਰੀ ਨਵੀਂ ਸ਼ਰੀਕਣ ਬਣ ਗਈ? ਤੇਰੇ ਤੋਂ ਤਾਂ ਮੈਨੂੰ ਇਹੋ ਜਿਹੀ ਉਮੀਦ ਹੀ ਨਹੀਂ ਸੀ। ਮੇਰੇ ਮਨ ਵਿਚਲਾ ਗੁਬਾਰ ਰਾਜ ਉੱਤੇ ਫੁੱਟ ਪਿਆ। ਸ਼ਾਂਤ ਹੋ ਜਾ ਸੁਮਨ, ਸ਼ਾਂਤ। ਖਬਰਦਾਰ ਜੇ ਹੁਣ ਉੱਚੀ ਬੋਲੀ ਤਾਂ ਕੰਧਾਂ ਦੇ ਵੀ ਕੰਨ ਹੁੰਦੇ ਆ। ਅੱਛਾ ਪਹਿਲਾਂ ਇਹ ਦੱਸ, ਤੂੰ ਇਕੱਲੀ ਹੈ ਘਰ ਵਿੱਚ? ਕੋਈ ਹੋਰ ਤਾਂ ਨਹੀਂ ਆਲੇ ਦੁਆਲੇ? ਮੇਰੀ ਹੈਰਾਨੀ ਨੇ ਪਾਸਾ ਪਰਤਿਆ। ਕੁਝ ਚੰਗਾ ਚੰਗਾ ਹੋਣ ਦੀ ਉਮੀਦ ਬਚਣ ਲੱਗੀ। ਮੇਰੇ ਵੱਲੋਂ ਹਾਂ ਮੈਂ ਇਕੱਲੀ ਹਾਂ ਸੁਣ ਕੇ ਰਾਜ ਨੇ ਅੱਗੇ ਗੱਲ ਤੋਰੀ ਤੇ ਮੇਰੇ ਕੰਨ ਕੋਈ ਚੰਗੀ ਗੱਲ ਸੁਣਨ ਨੂੰ ਬੇਤਾਬ ਹੋਣ ਲੱਗੇ। ਸੁਮਨ, ਬੇਸ਼ੱਕ ਤੂੰ ਘਰੇਲੂ ਮਾਮਲਾ ਸਮਝ ਕੇ ਸ਼ਰੀਕਾਂ ਵਾਲੀ ਗੱਲ ਮੇਰੇ ਨਾਲ ਕਦੇ ਨਹੀਂ ਸੀ ਕੀਤੀ, ਪਰ ਪਿਛਲੇ ਮਹੀਨੇ ਨਕਲੀ ਮਾਪਿਆਂ ਨਾਲ ਆਈ ਕੁੜੀ ਵਾਲੀ ਗੱਲ ਤੋਂ ਅਗਲੇ ਦਿਨ ਤੋਖੀ ਮੇਰੇ ਕੋਲ ਆਇਆ ਤਾਂ ਬੜਾ ਉਦਾਸ ਸੀ। ਆਇਆ ਤਾਂ ਉਹ ਸਮੱਸਿਆ ਸਾਂਝੀ ਕਰਨ ਸੀ, ਪਰ ਉਸ ਤੋਂ ਦੱਸ ਨਹੀਂ ਸੀ ਹੋ ਰਿਹਾ। ਤੇਰੇ ਜੀਜਾ ਜੀ ਨੇ ਉਸ ਨੂੰ ਭਰੋਸੇ 'ਚ ਲੈ ਕੇ ਸਾਰੀ ਗੱਲ ਸੁਣੀ ਤੇ ਸਾਨੂੰ ਇਹ ਅੱਜ ਵਾਲਾ ਹੱਲ ਲੱਭਿਆ। ਅੱਛਾ, ਇਹ ਪੱਟੀ ਜੀਜਾ ਜੀ ਦੀ ਪੜ੍ਹਾਈ ਹੋਈ ਸੀ। ਪੁੱਤਾਂ ਵਰਗੇ ਦਿਓਰ ਦੀ ਪਤਨੀ ਬਣਨ ਦੇ ਗੁੱਸੇ ਦੇ ਗੁਬਾਰ ਦਾ ਅਸਰ ਮੇਰੇ ਸਿਰੋਂ ਅਜੇ ਵੀ ਹੇਠਾਂ ਨਹੀਂ ਸੀ ਹੋ ਰਿਹਾ। ਨਹੀਂ ਕਮਲੀਏ, ਥੋੜਾ ਠੰਡੀ ਹੋ। ਇਹ ਤਾਂ ਤੁਹਾਡੇ ਸ਼ਰੀਕਾਂ ਦੇ ਅੱਖੀਂ ਘੱਟਾ ਪਾਉਣ ਲਈ ਕੀਤਾ ਗਿਆ ਡਰਾਮਾ ਹੈ। ਤੇਰਾ ਕੋਈ ਵਿਆਹ ਉਹ ਨਹੀਂ ਹੋਇਆ। ਸ਼ਾਇਦ ਤੂੰ ਆਪਣੇ ਆਪ ਨੂੰ ਓਨਾ ਨਾ ਜਾਣਦੀ ਹੋਵੇਂ ਜਿੰਨਾ ਮੈਂ ਤੈਨੂੰ ਸਮਝਦੀ ਆ। ਹੁਣ ਤਾਂ ਤੋਖੀ ਦੀ ਵੀ ਰਗ ਰਗ ਤੋਂ ਵਾਕਫ ਹੋ ਗਈ ਆ। ਸੁਮਨ, ਬੇਸ਼ੱਕ ਬਾਬਾ ਜੀ ਨੂੰ ਖੋ ਕੇ ਕੁਦਰਤ ਨੇ ਤੇਰੇ ਨਾਲ ਧਰੋ ਕਮਾਇਆ, ਪਰ ਤੂੰ ਕਿਸਮਤ ਵਾਲੀ ਏ ਜਿਸ ਨੇ ਤੈਨੂੰ ਦਿਓਰ ਦੇ ਰੂਪ ਵਿੱਚ ਇੰਨਾ ਲਾਇਕ ਪੁੱਤਰ ਦਿੱਤਾ ਹੋਇਆ। ਅੱਜ ਵਾਲਾ ਸਾਰਾ ਡਰਾਮਾ ਇੱਥੇ ਸਾਡੇ ਘਰ ਘੜਿਆ ਗਿਆ ਸੀ, ਪਰ ਉਸ ਨੂੰ ਖੇਡਿਆ ਸਟੇਜ ਦੀ ਥਾਂ ਤੁਹਾਡੇ ਘਰ ਗਿਆ। ਇਸ ਦੀ ਰਿਹਰਸਲ ਜ਼ਰੂਰ ਸਾਡੇ ਘਰ ਹੁੰਦੀ ਰਹੀ ਕਈ ਦਿਨ। ਤੇਰੇ ਜੀਜਾ ਜੀ ਨੇ ਆਪਣੇ ਦੋਸਤ ਨੂੰ ਮੈਰਿਜ ਅਫਸਰ ਬਣਨ ਲਈ ਔਖੇ ਹੋ ਕੇ ਮਨਾਇਆ ਸੀ। ਹਾਂ, ਇਹ ਵੀ ਚੰਗੀ ਗੱਲ ਹੋਈ ਕਿ ਤੁਹਾਡੇ ਪਿੰਡ ਦੇ ਲੋਕਾਂ 'ਚੋਂ ਕਿਸੇ ਨੂੰ ਸ਼ੱਕ ਨਹੀਂ ਹੋਇਆ ਤੇ ਸਾਰਾ ਕੁਝ ਸੱਚ ਲੱਗਿਆ। ਤੋਖੀ ਦੇ ਗੁੱਸੇ ਵਾਲੀ ਰਿਹਰਸਲ ਤਾਂ ਅਸੀਂ ਉਸ ਨੂੰ 2 ਦਿਨ ਕਰਾਉਂਦੇ ਰਹੇ ਤਾਂ ਕਿ ਉਹ ਤੇਰੇ ਉੱਤੇ ਪੂਰੀ ਤਰ੍ਹਾਂ ਭਾਰੂ ਪੈ ਸਕੇ। ਅਸੀਂ ਡਰਾਮੇ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਰਹਿਣ ਦੇਣਾ ਚਾਹੁੰਦੇ। ਅੱਛਾ, ਇੱਕ ਹੋਰ ਸੁਣ। ਹੁਣੇ ਥੋੜੀ ਦੇਰ ਬਾਅਦ ਇਸ ਡਰਾਮੇ ਦਾ ਅਗਲਾ ਭਾਗ ਸ਼ੁਰੂ ਹੋਣ ਵਾਲਾ ਹੈ। ਤੂੰ ਘਬਰਾਈ ਨਾ, ਬਸ ਸਾਥ ਦੇਈ ਜਾਈ। ਡੈਕੋਰੇਸ਼ਨ ਵਾਲੇ ਆਉਣਗੇ ਤੁਹਾਡੇ ਘਰ, ਵਿਆਹ ਵਾਲੇ ਘਰ ਵਾਂਗ ਸਜਾ ਕੇ ਜਾਣਗੇ। ਤੂੰ ਉਹਨਾਂ ਨੂੰ ਕੋਈ ਸਵਾਲ ਨਹੀਂ ਕਰਨਾ। ਅਸੀਂ ਇੱਥੇ ਬੈਠਿਆਂ ਸਾਰੀ ਖੇਡ ਖੇਡੀ ਜਾਣੀ ਆ। ਸਮਝ ਗਈ ਹੈ ਨਾ ਇਸ ਦੇ ਅੰਦਰਲੀ ਗੱਲ? ਸੁਹਾਗ ਰਾਤ ਵਰਗਾ ਮਾਹੌਲ ਸਿਰਜਣਾ ਸੀ ਤਾਂ ਕਿ ਤੁਹਾਡੇ ਸ਼ਰੀਕਾਂ ਦੇ ਮਨਾਂ ਵਿੱਚ ਭਰੋਸਾ ਪੱਕਾ ਹੋ ਜਾਵੇ। ਸ਼ਾਮ ਕਾਫੀ ਢਲ ਚੁੱਕੀ ਸੀ ਜਦ ਇੱਕ ਸਜੀ ਹੋਈ ਕਾਰ 'ਚੋਂ ਤੋਖੀ ਉਤਰਿਆ। ਉਸ ਦੇ 2-3 ਦੋਸਤ ਨਾਲ ਸੀ। ਉਹ ਦਰਾਂ ਮੂਹਰੇ ਖੜ ਕੇ ਕਾਫੀ ਦੇਰ ਗੱਲਾਂ ਕਰਦੇ ਰਹੇ, ਜੋ ਕਿ ਉਸੇ ਡਰਾਮੇ ਦਾ ਹਿੱਸਾ ਸੀ, ਤਾਂ ਕਿ ਆਂਢ ਗੁਆਂਢ ਦੇ ਲੋਕਾਂ ਤੇ ਸ਼ਰੀਕਾਂ ਨੂੰ ਸਾਡੇ ਪਤੀ ਪਤਨੀ ਬਣਨ ਦਾ ਵਿਸ਼ਵਾਸ ਹੋਰ ਪੱਕਾ ਹੋ ਜਾਵੇ। ਸਾਡਾ ਨਕਲੀ ਵਿਆਹ ਜਿਵੇਂ ਜਿਵੇਂ ਪੁਰਾਣਾ ਹੁੰਦਾ ਗਿਆ, ਅਸੀਂ ਇੱਕ ਹੋਰ ਡਰਾਮੇ ਤੇ ਕੰਮ ਕਰਨ ਲੱਗ ਪਏ, ਜਿਸ ਵਿੱਚ ਮੈਂ ਵੀ ਇੱਕ ਪਾਤਰ ਵਜੋਂ ਸ਼ਾਮਲ ਸੀ। ਤੋਖੀ ਨਸ਼ੇੜੀ ਹੋਣ ਦੀ ਐਕਟਿੰਗ ਕਰਨ ਲੱਗਾ। ਆਂਢ ਗੁਆਂਢ ਉਸ ਦੇ ਵਿਗੜ ਜਾਣ ਦੀਆਂ ਗੱਲਾਂ ਹੋਣ ਲੱਗੀਆਂ। ਕੁਝ ਮਹੀਨੇ ਲੰਘੇ ਤਾਂ ਸਕੀਮ ਤਹਿਤ ਅਸੀਂ ਜ਼ਮੀਨ, ਘਰ ਤੇ ਕਾਰੋਬਾਰ ਵੇਚਣ ਤੇ ਲਾ ਦਿੱਤੇ। ਸਾਨੂੰ ਕੀਮਤ ਦੀ ਉਮੀਦ ਤੋਂ ਵੱਧ ਦੀਆਂ ਆਫਰਾਂ ਆਉਣ ਲੱਗੀਆਂ। ਜਦ ਤੱਕ ਸ਼ਰੀਕ ਕੋਈ ਹੋਰ ਸਕੀਮਾਂ ਘੜਦੇ, ਅਸੀਂ ਵੇਚ ਵੱਟ ਕੇ ਉੱਥੋਂ ਨਿਕਲ ਚੁੱਕੇ ਸੀ। ਪਹਿਲਾਂ ਵਾਲੇ ਕਾਰੋਬਾਰ ਵਿੱਚ ਮੈਂ ਮੁਹਾਰਤੀ ਹੋ ਚੁੱਕੀ ਸੀ। ਉਸ ਤਜਰਬੇ ਨੂੰ ਮੈਂ ਗਵਾਉਣਾ ਨਹੀਂ ਸੀ ਚਾਹੁੰਦੀ। ਇਸ ਸ਼ਹਿਰ ਆ ਕੇ ਅਸੀਂ ਕੁਝ ਪੈਸੇ ਨਾਲ ਆਪਣਾ ਪਹਿਲਾਂ ਵਾਲਾ ਕਾਰੋਬਾਰ ਸ਼ੁਰੂ ਕੀਤਾ। ਰਹਿੰਦੀ ਰਕਮ ਦੇ ਨਿਵੇਸ਼ ਦੀ ਵਿਉਂਤ ਘੜਦਿਆਂ ਤੋਖੀ ਨੂੰ ਪਤਾ ਲੱਗਾ ਕਿ ਇੱਥੇ ਘਰਾਂ ਦੀ ਬੜੀ ਘਾਟ ਹੈ। ਅਸੀਂ ਉਸ ਰਕਮ ਨਾਲ ਸ਼ਹਿਰ ਦੇ ਨਾਲ ਲੱਗਦੀ ਬੇਆਬਾਦ ਜ਼ਮੀਨ ਖਰੀਦਣ ਬਾਰੇ ਸੋਚਿਆ। ਉਹ ਸਾਨੂੰ ਕਾਫੀ ਸਸਤੇ ਰੇਟ ਤੇ ਮਿਲ ਗਈ ਸੀ। 30 ਚੋਂ ਅਸੀਂ 10 ਏਕੜਾਂ ਵਿੱਚ ਕਲੋਨੀ ਕੱਟੀ ਤੇ ਪਲਾਟ ਵੇਚੇ। ਉਸ ਨਾਲ ਸਾਡੀ ਰਕਮ ਤਿੱਗਣੀ ਹੋ ਕੇ ਵਾਪਸ ਮੁੜੀ ਤੇ ਬਸ ਅਸੀਂ ਕਾਰੋਬਾਰ ਵਿੱਚ ਇਹ ਧੰਦਾ ਵੀ ਜੋੜ ਲਿਆ। ਜਦ ਤੱਕ ਤੋਖੀ ਨੇ MBA ਕਰ ਲਈ ਸੀ। ਇੱਕ ਦਿਨ ਸੁਬੈਕੀ ਮੈਂ ਉਸਨੂੰ ਵਿਆਹ ਬਾਰੇ ਪੁੱਛ ਬੈਠੀ। ਕਹਿੰਦਾ, ਕਿਹੜਾ ਵਿਆਹ? ਜਿਹੋ ਜਿਹਾ ਸਾਡੇ ਸ਼ਰੀਕ ਕਰਾਉਂਦੇ ਸੀ ਉਸ ਵਰਗਾ, ਜਾਂ ਜਿਹੜਾ ਮੈਂ ਤੁਹਾਡੇ ਨਾਲ ਕਰਾਇਆ ਸੀ ਉਸ ਵਰਗਾ? ਕਿੰਨੀ ਦੇਰ ਅਸੀਂ ਹੱਸ-ਹੱਸ ਦੂਰੇ ਹੁੰਦੇ ਰਹੇ। ਆਖਰ ਗੰਭੀਰ ਜਿਹਾ ਹੋ ਕੇ ਕਹਿੰਦਾ, ਜਿਵੇਂ, ਜਿੱਥੇ ਤੇ ਜਦ ਤੁਸੀਂ ਸਮਝੋ, ਮੇਰੇ ਵੱਲੋਂ 7 ਵਚਨ। ਕਹਿ ਕੇ ਉਸਨੇ ਮੇਰੇ ਤੇ ਹੋਰ ਵੱਡੀ ਜ਼ਿੰਮੇਵਾਰੀ ਪਾ ਦਿੱਤੀ। ਪਰ ਕੁਦਰਤ ਮੇਰਾ ਸਾਥ ਦੇ ਰਹੀ ਸੀ। ਥੋੜੇ ਦਿਨਾਂ ਬਾਅਦ ਉਸਦੀ ਮੰਗਣੀ ਫੌਜ 'ਚੋਂ ਰਿਟਾਇਰ ਹੋਏ ਮੇਜਰ ਗਿੱਲ ਦੀ ਧੀ ਨਾਲ ਹੋ ਗਈ। ਮੈਂ ਰੋਜ਼ੀ ਦੇ ਮਾਪਿਆਂ ਤੋਂ ਦੋਹਾਂ ਦੇ ਮਿਲਣ ਗਿਲਣ ਦੀ ਹਾਂ ਕਰਵਾ ਲਈ ਤਾਂ ਕਿ ਵਿਆਹ ਤੋਂ ਪਹਿਲਾਂ ਉਹ ਇੱਕ ਦੂਜੇ ਨੂੰ ਸਮਝ ਸਕਣ।
ਵਿਆਹ ਦੀ ਤਰੀਕ ਅਗਲੇ ਸਾਲ ਦੀਆਂ ਸਰਦੀਆਂ ਵਿੱਚ ਤੈਅ ਕਰ ਲਈ। ਸ਼ਗਨਾਂ ਨਾਲ ਕਾਰ ਤੋਂ ਉਤਾਰ ਕੇ ਦਰ ਟਪਾਉਣ ਮੌਕੇ ਦੋਹਾਂ ਉੱਤੋਂ ਪਾਣੀ ਵਾਰਦਿਆਂ ਜੋ ਖੁਸ਼ੀ ਤੇ ਫਖਰ ਮੈਨੂੰ ਮਹਿਸੂਸ ਹੋ ਰਿਹਾ ਸੀ, ਉਸ ਨੂੰ ਉਸੇ ਰੂਪ ਵਿੱਚ ਦੱਸਣ ਵਾਲੇ ਸ਼ਬਦ ਸ਼ਾਇਦ ਕਿਸੇ ਡਿਕਸ਼ਨਰੀ ਵਿੱਚੋਂ ਵੀ ਨਾ ਮਿਲਣ। ਹੁਣ ਮੈਨੂੰ ਆਪਣੀ ਕੁੱਖ ਦਾ ਸੱਖਣੀ ਰਹਿਣਾ ਕੁਦਰਤ ਦਾ ਵਰਦਾਨ ਲੱਗਦਾ। ਸੋ ਇਹ ਸੀ ਕਹਾਣੀ ਗੁਰਮਲਕੀਤ ਸਿੰਘ ਕਾਲੋਂ ਜੀ ਦੀ ਲਿਖੀ ਹੋਈ। ਇਹ ਵੀ ਸਾਡੇ ਸਮਾਜ ਦਾ ਇੱਕ ਖਰਾਬ ਅਕਸ ਹੈ ਕਿ ਅਕਸਰ ਵਿਧਵਾ ਔਰਤ ਤੇ ਜਾਂ ਉਸਦੀ ਪ੍ਰਾਪਰਟੀ ਤੇ ਸ਼ਰੀਕਾਂ ਦੀ ਅੱਖ ਹੋ ਜਾਂਦੀ ਹੈ, ਪਰ ਪੁੱਤਾਂ ਵਰਗੇ ਦਿਓਰ ਨੇ ਉਸਦੀ ਹੋਂਦ ਨੂੰ ਬਚਾ ਲਿਆ ਸੀ। ਤੁਹਾਡਾ ਕੀ ਕਹਿਣਾ ਹੈ ਜ਼ਰੂਰ ਵਿਚਾਰ ਲਿਖਿਓ। ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ। ਬਾਕੀ ਦੀਆਂ ਕਹਾਣੀਆਂ ਵੀ ਸੁਣਦੇ ਰਹੋ। ਧੰਨਵਾਦ।